ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਦੀਆਂ ਦੋਵੇਂ ਸੀਟਾਂ ਉੱਤੇ ਲਿਬਰਲਾਂ ਦੀ ਜਿੱਤ। ਕੰਜ਼ਰਵੇਟਿਵ ਉਮੀਦਵਾਰ ਦੇ ਹੱਕ 'ਚ ਪ੍ਰੀਮੀਅਰ ਡਗ ਫੋਰਡ ਦੀ ਕੰਪੇਨ ਨਹੀਂ ਆਈ ਕਿਸੇ ਕੰਮ। ਯੋਗ ਕੈਨੇਡੀਅਨਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਤੋਂ ਨਵੇਂ ਵਧੇ ਹੋਏ ਕੈਨੇਡਾ ਵਰਕਰਜ਼ ਬੈਨੀਫਿਟ ਮਿਲਣੇ ਸ਼ੁਰੂ। ਯੋਗ ਸਿੰਗਲ ਵਰਕਰ ਨੂੰ ਮਿਲਣਗੇ $1,518, ਜਦਕਿ ਯੋਗ ਪਰਿਵਾਰ ਨੂੰ ਪ੍ਰਾਪਤ ਹੋਣਗੇ $2,616। ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਕਈ ਮਿਲੀਅਨ ਡਾਲਰ ਦੀ ਕੋਕੀਨ ਮਿਲੀ। ਸੂਈਆ ਕੁੱਤਿਆਂ ਦੀ ਮਦਦ ਨਾਲ ਅਧਿਕਾਰੀਆਂ ਨੂੰ ਮੱਕੀ ਦੀ ਖੇਪ 'ਚ ਲੁਕੋਏ ਹੋਏ ਮਿਲੇ ਨਸ਼ਿਆਂ ਦੀ ਬਾਜ਼ਾਰ 'ਚ ਕੀਮਤ $6 ਮਿਲੀਅਨ। ਬਰੈਂਪਟਨ 'ਚ ਰਹਿੰਦੇ ਪੰਜਾਬੀ ਨੌਜਵਾਨ ਭੁਪਿੰਦਰ ਦੀ ਭੇਤ ਭਰੇ ਹਾਲਾਤਾਂ 'ਚ ਮੌਤ। ਕੈਨੇਡਾ ਪੁਲਿਸ ਨੂੰ ਭੁਪਿੰਦਰ ਕਾਰ ਅੰਦਰ ਹੀ ਬੇਸੁੱਧ ਮਿਲਿਆ। ਕਾਰ ਖੋਲ੍ਹ ਕੇ ਉਸ ਨੂੰ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਦੀਆਂ ਦੋਵੇਂ ਸੀਟਾਂ ਉੱਤੇ ਲਿਬਰਲਾਂ ਨੇ ਜਿੱਤ ਦਰਜ ਕਰਵਾਈ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਕੰਜ਼ਰਵੇਟਿਵ ਉਮੀਦਵਾਰ ਦੇ ਹੱਕ 'ਚ ਕੈਂਪੇਨ ਦੇ ਆਖਰੀ ਦਿਨਾਂ 'ਚ ਇਸ ਇਲਾਕੇ ਦੇ 2 ਗੇੜੇ ਲਾਏ ਗਏ ਸਨ, ਪਰ ਉਹ ਵੀ ਕਿਸੇ ਕੰਮ ਨਾ ਆ ਸਕੇ। ਇਸ ਮਹੀਨੇ ਐਨਡੀਪੀ ਦੀ ਨੁਮਾਇੰਦਗੀ ਕਰਨ ਵਾਲੀ ਆਗੂ ਲੌਰਾ ਮੇ ਲਿੰਡੋ ਵੱਲੋਂ ਅਸਤੀਫਾ ਦੇ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਏ ਕਿਚਨਰ ਸੈਂਟਰ ਉੱਤੇ ਤੀਜੀਆਂ ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਅਗਲੇ ਕੁਝ ਮਹੀਨਿਆਂ ਵਿੱਚ ਕਰਵਾਈਆਂ ਜਾਣਗੀਆਂ। ਵੀਰਵਾਰ ਨੂੰ ਹੋਈਆਂ ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਦੀਆਂ ਦੋਵਾਂ ਸੀਟਾਂ ਉੱਤੇ ਲਿਬਰਲਾਂ ਨੇ ਜਿੱਤ ਦਰਜ ਕਰਵਾਈ ਹੈ। ਇਸ ਸਮੇਂ ਭਾਵੇਂ ਪਾਰਟੀ ਕੋਲ ਕੋਈ ਆਗੂ ਨਹੀਂ ਹੈ, ਪਰ ਇੱਕ ਖਿਤਾਬ ਲਈ 5 ਲੋਕ ਸੰਘਰਸ਼ ਕਰ ਰਹੇ ਨੇ। ਸਕਾਰਬਰੋ ਗਿਲਡਵੁੱਡ ਤੋਂ ਲਿਬਰਲ ਉਮੀਦਵਾਰ ਐਂਡਰੀਆ ਹੇਜ਼ਲ ਜਿੱਤੀ ਹੈ। ਇਹ ਸੀਟ ਪਹਿਲਾਂ ਕੈਬਨਿਟ ਮੰਤਰੀ ਮਿਤਜ਼ੀ ਹੰਟਰ ਕੋਲ ਪਿਛਲੇ 10 ਸਾਲਾਂ ਤੋਂ ਸੀ। ਫਿਰ ਉਹਨਾਂ ਮਈ 'ਚ ਟੋਰਾਂਟੋ ਦੇ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ 'ਚ ਹਿੱਸਾ ਲੈਣ ਵਾਸਤੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਤੇ ਲੋਕਲ ਕਾਉਂਸਲਰ ਗੈਰੀ ਕਰਾਫਰਡ ਵੀ ਇਸ ਸੀਟ ਲਈ ਹੀ ਮੈਦਾਨ 'ਚ ਨਿਤਰੇ ਸਨ, ਪਰ ਉਹ ਹੇਜ਼ਲ ਤੋਂ 1000 ਵੋਟਾਂ ਦੇ ਫਰਕ ਨਾਲ ਹਾਰੇ। ਓਟਵਾ ਏਰੀਆ ਦੇ ਹਲਕੇ ਕਨਾਟਾ ਕਾਰਲਟਨ ਤੋਂ ਸਾਬਕਾ ਲਿਬਰਲ ਐਮਪੀ ਕੈਰਨ ਮੈਕਕ੍ਰਿਮਨ ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਵੱਲੋਂ ਕੰਜ਼ਰਵੇਟਿਵ ਉਮੀਦਵਾਰ ਸ਼ੌਨ ਵੈਬਸਟਰ ਨੂੰ ਮਾਤ ਦਿੱਤੀ ਗਈ। ਮਾਰਚ 'ਚ ਮੈਰਲੀ ਫੁਲਰਟਨ ਵੱਲੋਂ ਅਚਾਨਕ ਹੀ ਮਿਨਿਸਟਰ ਆਫ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਤੇ ਆਪਣੀ ਸੀਟ ਤੋਂ ਅਚਾਨਕ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਪਈ ਸੀ। ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਕੰਜ਼ਰਵੇਟਿਵ ਉਮੀਦਵਾਰ ਦੇ ਹੱਕ 'ਚ ਕੰਪੇਨ ਦੇ ਆਖਰੀ ਦਿਨਾਂ 'ਚ ਇਸ ਇਲਾਕੇ ਦੇ 2 ਗੇੜੇ ਲਾਏ ਗਏ ਸਨ, ਪਰ ਉਹ ਵੀ ਕਿਸੇ ਕੰਮ ਨਾ ਆ ਸਕੇ। ਇਸ ਮਹੀਨੇ ਐਨਡੀਪੀ ਦੀ ਨੁਮਾਇੰਦਗੀ ਕਰਨ ਵਾਲੀ ਆਗੂ ਲੌਰਾ ਮੇ ਲਿੰਡੋ ਵੱਲੋਂ ਅਸਤੀਫਾ ਦੇ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਏ ਕਿਚਨਰ ਸੈਂਟਰ ਉੱਤੇ ਤੀਜੀਆਂ ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਅਗਲੇ ਕੁਝ ਮਹੀਨਿਆਂ 'ਚ ਕਰਵਾਈਆਂ ਜਾਣਗੀਆਂ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਮਈ 'ਚ 0.3% ਵਧੀ ਹੈ। ਆਰਥਿਕ ਵਿਕਾਸ ਤੇ ਆਪਣੀ ਤਾਜ਼ਾ ਰਿਪੋਰਟ 'ਚ ਇਸ ਫੈਡਰਲ ਏਜੰਸੀ ਦੇ ਸ਼ੁਰੂਆਤੀ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਜੀਡੀਪੀ ਦੂਜੀ ਤਿਮਾਹੀ 'ਚ 1% ਦੀ ਸਾਲਾਨਾ ਦਰ ਨਾਲ ਵਧੀ ਹੈ। ਹਾਲਾਂਕਿ ਮਈ ਮਹੀਨੇ ਦਾ ਇਹ ਅੰਕੜਾ ਸਟੈਟਿਸਟਿਕਸ ਕੈਨੇਡਾ ਵੱਲੋਂ ਕੀਤੀ ਗਈ ਉਮੀਦ ਤੋਂ ਥੋੜਾ ਘੱਟ ਆਇਆ, ਕਿਉਂਕਿ ਮਾਈਨਿੰਗ ਅਤੇ ਤੇਲ ਤੇ ਗੈਸ ਕੰਪਨੀਆਂ ਨੇ ਰਿਕਾਰਡ ਤੋੜ ਜੰਗਲੀ ਅੱਗ ਦੇ ਸੀਜ਼ਨ ਦੀ ਸ਼ੁਰੂਆਤ 'ਚ ਅਲਬਰਟਾ 'ਚ ਆਪਣੇ ਕੰਮਕਾਜ ਨੂੰ ਘਟਾ ਦਿੱਤਾ ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜੇ ਇਹ ਵੀ ਦੱਸਦੇ ਨੇ ਕਿ ਮਈ 'ਚ ਊਰਜਾ ਖੇਤਰ 'ਚ 2.1% ਦੀ ਗਿਰਾਵਟ ਦਰਜ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਬੀਤੇ 5 ਮਹੀਨਿਆਂ ਦੌਰਾਨ ਇਸ ਸੈਕਟਰ ਦੀ ਪਹਿਲੀ ਗਿਰਾਵਟ ਅਤੇ ਅਗਸਤ 2020 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਸੀ। ਮਈ 'ਚ ਜੀਡੀਪੀ 'ਚ ਮਾਮੂਲੀ ਵਾਧਾ ਅੰਸ਼ਿਕ ਰੂਪ ਨਾਲ ਜਨਤਕ ਪ੍ਰਸ਼ਾਸਨ ਦੇ ਖੇਤਰ 'ਚ ਸੁਧਾਰ ਕਾਰਨ ਹੋਇਆ, ਕਿਉਂਕਿ ਹੜਤਾਲ ਤੇ ਗਏ ਵਧੇਰੇ ਸੰਘੀ ਵਰਕਰ ਅਪ੍ਰੈਲ ਦੇ ਅੰਤ ਤੱਕ ਕੰਮ ਤੇ ਵਾਪਸ ਆ ਗਏ ਸਨ। ਹਾਲਾਂਕਿ ਕੈਨੇਡਾ ਰੈਵਨਿਊ ਏਜੰਸੀ ਦੇ 35,000 ਕਰਮਚਾਰੀ ਮਈ 'ਚ 3 ਦਿਨਾਂ ਲਈ ਹੜਤਾਲ ਤੇ ਰਹੇ, ਜਿਸ ਨੇ ਮੁੜ ਬਹਾਲੀ ਨੂੰ ਘਟਾ ਦਿੱਤਾ। ਇਹ ਮਾਮੂਲੀ ਵਾਧਾ ਕਾਇਮ ਰਹਿਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਫੈਡਰਲ ਏਜੰਸੀ ਦਾ ਜੂਨ ਲਈ ਸ਼ੁਰੂਆਤੀ ਅਨੁਮਾਨ ਦੱਸਦਾ ਹੈ ਕਿ ਅਰਥ ਵਿਵਸਥਾ 'ਚ 0.2% ਦੀ ਗਿਰਾਵਟ ਆਈ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੂਨ 'ਚ ਅਨੁਮਾਨਿਤ ਕਮੀ ਮੁੱਖ ਤੌਰ ਤੇ ਥੋਕ ਵਪਾਰ ਅਤੇ ਨਿਰਮਾਣ ਸੈਕਟਰਾਂ ਦੇ ਕਾਰਨ ਹੈ। ਅਲਬਰਟਾ ਦੇ ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਮਿਨਿਸਟਰ ਨੂੰ ਨਵੇਂ ਪ੍ਰਵਾਸੀਆਂ ਦੀ ਤਾਦਾਦ ਵਧਾਉਣ ਅਤੇ ਨਸਲਵਾਦ ਵਿਰੋਧੀ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਵਿਸ਼ੇਸ਼ ਤੌਰ ਤੇ ਹੈਲਥ ਕੇਅਰ ਵਰਕਰਾਂ ਦੀ ਇਮੀਗ੍ਰੇਸ਼ਨ ਨੂੰ ਸੁਚਾਰੂ ਬਣਾ ਕੇ ਉਹਨਾਂ ਨੂੰ ਡਾਕਟਰਾਂ ਅਤੇ ਨਰਸਾਂ ਦੀ ਘਾਟ ਨਾਲ ਜੂਝ ਰਹੇ
ਪੇਂਡੂ ਇਲਾਕਿਆਂ ਵਿੱਚ ਆਕਰਸ਼ਿਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਅਲਬਰਟਾ ਦੇ ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਮਿਨਿਸਟਰ ਨੂੰ ਨਵੇਂ ਪ੍ਰਵਾਸੀਆਂ ਦੀ ਤਾਦਾਦ ਵਧਾਉਣ ਅਤੇ ਨਸਲਵਾਦ ਵਿਰੋਧੀ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਬੁੱਧਵਾਰ ਨੂੰ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬਾਈ ਇਮੀਗ੍ਰੇਸ਼ਨ ਮਿਨਿਸਟਰ ਮੁਹੰਮਦ ਯਾਸੀਨ ਨੂੰ ਆਦੇਸ਼ ਪੱਤਰ ਜਾਰੀ ਕੀਤਾ ਹੈ। ਇਮੀਗ੍ਰੇਸ਼ਨ ਮਿਨਿਸਟਰ ਨੂੰ ਵਿਸ਼ੇਸ਼ ਤੌਰ ਤੇ ਹੈਲਥ ਕੇਅਰ ਵਰਕਰਾਂ ਦੀ ਇਮੀਗ੍ਰੇਸ਼ਨ ਨੂੰ ਸੁਚਾਰੂ ਬਣਾ ਕੇ ਉਹਨਾਂ ਨੂੰ ਡਾਕਟਰਾਂ ਅਤੇ ਨਰਸਾਂ ਦੀ ਘਾਟ ਨਾਲ ਜੂਝ ਰਹੇ ਪੇਂਡੂ ਇਲਾਕਿਆਂ 'ਚ ਆਕਰਸ਼ਿਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਮਿਨਿਸਟਰ ਯਾਸੀਨ ਐਲਬਰਟਾ ਨੂੰ ਹਰ ਸਾਲ ਮਿਲਣ ਵਾਲੇ ਪ੍ਰੋਵਿੰਸ਼ੀਅਲ ਨੋਮਿਨੀ ਵਿਅਕਤੀਆਂ ਦੀ ਗਿਣਤੀ ਵਧਾਉਣ ਲਈ ਫੈਡਰਲ ਸਰਕਾਰ ਨਾਲ ਵੀ ਤਾਲਮੇਲ ਬਿਠਾਉਣ ਲਈ ਕਿਹਾ ਗਿਆ ਹੈ। ਇਮੀਗ੍ਰੇਸ਼ਨ ਮੁੱਖ ਤੌਰ ਤੇ ਇੱਕ ਫੈਡਰਲ ਅਧਿਕਾਰ ਖੇਤਰ ਹੈ, ਪਰ ਸੂਬਾ ਸਰਕਾਰ ਦੇ ਵੀ ਕੁਝ ਅਖਤਿਆਰ ਨੇ। ਸੂਬਾ ਕੁਝ ਖਾਸ ਯੋਗਤਾਵਾਂ ਦੇ ਆਧਾਰ ਤੇ ਉਹਨਾਂ ਲੋਕਾਂ ਨੂੰ ਬੁਲਾਉਣ ਦੀ ਚੋਣ ਕਰ ਸਕਦਾ ਹੈ ਜਿਨ੍ਹਾਂ ਨੇ ਕੈਨੇਡਾ ਆਉਣ ਲਈ ਐਕਸਪ੍ਰੈਸ ਐਂਟਰੀ ਤਹਿਤ ਅਰਜ਼ੀ ਦਿੱਤੀ ਹੁੰਦੀ ਹੈ। ਉਦਾਹਰਣ ਵਜੋਂ ਪ੍ਰੀਮੀਅਰ ਨੇ ਮਿਨਿਸਟਰ ਨੂੰ ਟੂਰਿਜ਼ਮ ਅਤੇ ਹੌਸਪਿਟੈਲਿਟੀ ਵਰਕਰਾਂ ਲਈ ਇੱਕ ਸਮਰਪਿਤ ਇਮੀਗ੍ਰੇਸ਼ਨ ਸਟਰੀਮ ਸਥਾਪਿਤ ਕਰਨ ਲਈ ਕਿਹਾ ਹੈ। ਮਿਨਿਸਟਰ ਯਾਸੀਨ ਸੈਟਲਮੈਂਟ ਸੇਵਾਵਾਂ ਦੀ ਨਿਗਰਾਨੀ ਅਤੇ ਸੁਧਾਰ ਵੀ ਕਰਨਗੇ। 2022 'ਚ ਐਲਬਰਟਾ ਨੂੰ 6500 ਫਾਸਟ ਟਰੈਕ ਨੋਮਿਨੀ ਪ੍ਰਾਪਤ ਹੋਏ। ਇਸ ਸਾਲ ਇਹ ਗਿਣਤੀ 9750 ਹੈ। ਪਰ ਵਿਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਕਾਮਿਆਂ ਦੀ ਪੜ੍ਹਾਈ ਅਤੇ ਸਿਖਲਾਈ ਨੂੰ ਮਾਨਤਾ ਮਿਲਣਾ ਕਾਮਿਆਂ ਦੀ ਘਾਟ ਦੂਰ ਕਰਨ 'ਚ ਇੱਕ ਵੱਡੀ ਅੜਚਨ ਹੈ। ਮਿਨਿਸਟਰ ਆਫ ਐਡਵਾਂਸ ਐਜੂਕੇਸ਼ਨ ਨੂੰ ਇਸ ਸਮੱਸਿਆ ਦਾ ਹੱਲ ਲੱਭਣ ਦੇ ਨਿਰਦੇਸ਼ ਦਿੱਤੇ ਗਏ ਨੇ। ਯਾਸੀਨ ਨੂੰ ਮਿਲੇ ਆਦੇਸ਼ ਪੱਤਰ ਦਾ ਦੂਸਰਾ ਹਿੱਸਾ ਨਸਲਵਾਦ ਵਿਰੋਧੀ ਕਾਨੂੰਨ ਤੇ ਫੋਕਸ ਕਰਨ ਬਾਰੇ ਹੈ। ਮਿਨਿਸਟਰ ਯਾਸੀਨ ਨੂੰ ਇੱਕ ਨਸਲਵਾਦ ਵਿਰੋਧੀ ਕਾਨੂੰਨ ਤਿਆਰ ਕਰਨ ਅਤੇ ਪਾਸ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐਲਬਰਟਾ 'ਚ ਪਹਿਲਾਂ ਹੀ ਇੱਕ ਨਸਲਵਾਦ ਵਿਰੋਧੀ ਸਲਾਹਕਾਰ ਕੌਂਸਲ ਹੈ ਜਿਸ ਨੇ 2021 'ਚ ਸਰਕਾਰ ਨੂੰ ਕੁਝ ਸਿਫਾਰਸ਼ਾਂ ਵੀ ਕੀਤੀਆਂ ਸਨ। ਪਿਛਲੀਆਂ ਗਰਮੀਆਂ ਦੌਰਾਨ ਇੱਕ ਐਕਸ਼ਨ ਪਲਾਨ ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਪਲਾਨ ਵਿੱਚ ਕੁਝ ਸਿਫਾਰਸ਼ਾਂ ਸ਼ਾਮਲ ਨਾ ਹੋਣ ਤੇ ਉਸ ਦੀ ਆਲੋਚਨਾ ਵੀ ਹੋਈ ਸੀ। ਯਾਸੀਨ ਨੇ ਕਿਹਾ ਸੀ ਕਿ ਅਜੇ ਇਸ ਕਾਨੂੰਨ ਲਈ ਕੋਈ ਸਮਾਂ ਸੀਮਾ ਜਾਂ ਕੋਈ ਵੇਰਵਾ ਨਹੀਂ। ਇਮੀਗ੍ਰੇਸ਼ਨ ਤੇ ਬਹੁਤ ਸੱਭਿਆਚਾਰਵਾਦ ਬਾਬਤ ਭੇਜੇ ਆਦੇਸ਼ ਪੱਤਰ 'ਚ ਇਹ ਵੀ ਸ਼ਾਮਲ ਹੈ ਕਿ ਨਵੇਂ ਆਉਣ ਵਾਲਿਆਂ ਲਈ ਅੰਗਰੇਜ਼ੀ ਦੀ ਸਿਖਲਾਈ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ, ਯੂਕਰੇਨੀ ਸ਼ਰਨਾਰਥੀਆਂ ਲਈ ਸੈਟਲਮੈਂਟ ਸੇਵਾਵਾਂ 'ਚ ਮਦਦ ਕਰਨਾ, ਅਜਿਹੇ ਕਾਨੂੰਨ ਦਾ ਵਿਕਾਸ ਕਰਨਾ ਜੋ ਲੋਕਾਂ ਨੂੰ ਸੱਭਿਆਚਾਰਕ ਛੁੱਟੀਆਂ ਨੂੰ ਵਧੇਰੇ ਆਸਾਨੀ ਨਾਲ ਮਨਾਉਣ ਲਈ ਲਚਕਤਾ ਪ੍ਰਦਾਨ ਕਰੇ, ਪਰ ਇਸ ਨਾਲ ਕਾਰੋਬਾਰਾਂ ਦਾ ਨੁਕਸਾਨ ਨਾ ਹੋਵੇ। ਬੁੱਧਵਾਰ ਨੂੰ CBC ਨਿਊਜ਼ ਨੂੰ ਭੇਜੇ ਇੱਕ ਬਿਆਨ 'ਚ ਐਲਬਰਟਾ NDP ਨੇ ਆਦੇਸ਼ ਪੱਤਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸੂਬੇ ਵਿੱਚ ਨਵੇਂ ਪ੍ਰਵਾਸੀਆਂ ਦੀ ਮਦਦ ਲਈ ਸੈਟਲਮੈਂਟ ਸੰਸਥਾਵਾਂ ਨੂੰ ਫੰਡ ਪ੍ਰਦਾਨ ਕਰਨ ਦੀ ਤੀਬਰ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ 'ਚ ਵੱਡਾ ਫੇਰ-ਬਦਲ ਕੀਤਾ ਸੀ। ਸ਼ਾਇਦ ਇਹ ਤਬਦੀਲੀ ਕੁਝ ਵੋਟਰਾਂ ਦੀ ਬਦਲਾਅ ਦੀ ਇੱਛਾ ਪੂਰਤੀ ਵੱਲ ਇੱਕ ਨਿੱਕਾ ਜਿਹਾ ਕਦਮ ਹੋ ਸਕਦੀ ਹੈ, ਪਰ ਫਿਰ ਵੀ ਕੁਝ ਜ਼ਰੂਰੀ ਚੀਜ਼ਾਂ ਪਹਿਲਾਂ ਵਾਂਗ ਹੀ ਨੇ। ਰੱਖਿਆ, ਸਿਹਤ, ਪਬਲਿਕ ਸੇਫਟੀ, ਖੇਤੀਬਾੜੀ, ਹੈਰੀਟੇਜ, ਇਮੀਗ੍ਰੇਸ਼ਨ, ਹਾਊਸਿੰਗ, ਰੈਵਨਿਊ, ਰੋਜ਼ਗਾਰ, ਸਮਾਲ ਬਿਜ਼ਨਸ, ਸਮਾਜਿਕ ਵਿਕਾਸ, ਖੇਡ, ਟਰਾਂਸਪੋਰਟ, ਫਿਸ਼ਰੀਜ਼, ਟ੍ਰੈਜਰੀ ਬੋਰਡ, ਵੈਟਰਨ ਅਫੇਅਰਸ ਤੇ ਕਰਾਊਨ ਇੰਡੀਜੀਨਸ ਰਿਲੇਸ਼ਨਸ ਦੇ ਹੁਣ ਨਵੇਂ ਮੰਤਰੀ ਨੇ। ਇਸ ਤੋਂ ਇਲਾਵਾ ਸਿਟੀਜ਼ਨਜ਼ ਸਰਵਿਸ ਦਾ ਇੱਕ ਨਵਾਂ ਮੰਤਰਾਲਾ ਵੀ ਬਣਾਇਆ ਗਿਆ ਹੈ ਜਿਸ ਦੀ ਵਾਗਡੋਰ ਟੈਰੀ ਬ੍ਰੀਚ ਨੂੰ ਦਿੱਤੀ ਗਈ ਹੈ। ਅਤੀਤ 'ਚ ਟਰੂਡੋ ਦਾ ਝੁਕਾਅ ਮੰਤਰੀਆਂ ਨੂੰ ਕੈਬਨਿਟ 'ਚੋਂ ਲਾਂਭੇ ਕਰਨ ਦੀ ਥਾਂ ਉਹਨਾਂ ਦਾ ਅਹੁਦਾ ਘਟਾਉਣ ਵੱਲ ਰਿਹਾ ਹੈ। ਇਸ ਵਾਰੀ ਤਸਵੀਰ ਕੁਝ ਵੱਖਰੀ ਹੈ। ਪਬਲਿਕ ਸੇਫਟੀ ਮਿਨਿਸਟਰ ਦੇ ਅਹੁਦੇ ਤੇ ਰਹੇ ਮਾਰਕੋ ਮੈਂਡੀਚੀਨੋ ਲਈ ਉਮੀਦ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਕੋਈ ਘੱਟ ਰੁਤਬੇ ਵਾਲਾ ਮੰਤਰਾਲਾ ਦਿੱਤਾ ਜਾਵੇਗਾ, ਪਰ ਉਹਨਾਂ ਨੂੰ ਕੈਬਨਿਟ 'ਚੋਂ ਵੱਖ ਕਰ ਦਿੱਤਾ ਗਿਆ। ਕੈਬਨਿਟ ਦੇ ਫੇਰਬਦਲ 'ਚ 7 ਮੰਤਰੀਆਂ ਨੂੰ ਅਲਵਿਦਾ ਆਖਿਆ ਗਿਆ। 7 ਨਵੇਂ ਲਿਬਰਲ MPs ਦੀ ਤਰੱਕੀ ਹੋਈ ਹੈ। ਉਹਨਾਂ ਨੇ ਖਾਲੀ ਹੋਈਆਂ ਸੀਟਾਂ ਤੇ ਕਬਜ਼ਾ ਕੀਤਾ। ਟਰੂਡੋ ਦੀ ਕੈਬਨਿਟ 'ਚ ਨਵੇਂ ਚਿਹਰੇ ਅਲਵਿਦਾ ਆਖ ਚੁੱਕੇ MPs ਦੇ ਮੁਕਾਬਲੇ ਉਮਰ 'ਚ ਛੋਟੇ ਨੇ। ਨਵੇਂ ਮੰਤਰੀਆਂ ਦੀ ਔਸਤ ਉਮਰ 47 ਸਾਲ ਹੈ, ਜਦਕਿ ਕੈਬਨਿਟ 'ਚੋਂ ਬਾਹਰ ਹੋਣ ਵਾਲਿਆਂ ਦੀ ਔਸਤ ਉਮਰ ਕਰੀਬ 61 ਸਾਲ ਹੈ। ਯੋਗ ਕੈਨੇਡੀਅਨਜ਼ 28 ਜੁਲਾਈ ਨੂੰ ਕੈਨੇਡਾ ਰੈਵਨਿਊ ਏਜੰਸੀ ਤੋਂ ਨਵੇਂ ਵਧੇ ਹੋਏ ਕੈਨੇਡਾ ਵਰਕਰਜ਼ ਬੈਨੀਫਿਟ ਦੇ ਹਿੱਸੇ ਵਜੋਂ ਆਪਣੇ ਪਹਿਲੇ ਆਟੋਮੈਟਿਕ ਐਡਵਾਂਸ ਪੇਮੈਂਟਸ ਪ੍ਰਾਪਤ ਕਰਨਗੇ। ਜਿਨ੍ਹਾਂ ਨੂੰ 2022 'ਚ ਕੈਨੇਡਾ ਵਰਕਰਜ਼ ਬੈਨੀਫਿਟ ਪ੍ਰਾਪਤ ਹੋਏ, ਉਹਨਾਂ ਨੂੰ ਆਪਣੀ ਆਮਦਨ ਦੇ ਟੌਪ ਅਪ ਵਜੋਂ ਆਪਣੇ ਆਪ ਫੰਡ ਪ੍ਰਾਪਤ ਹੋਣਗੇ। ਕਿਸੇ ਅਰਜ਼ੀ ਦੀ ਲੋੜ ਨਹੀਂ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲਾਂਸ ਨੇ ਕਿਹਾ ਹੈ ਕਿ ਕੈਨੇਡਾ ਵਰਕਰਜ਼ ਬੈਨੀਫਿਟ 4.2 ਮਿਲੀਅਨ ਤੱਕ ਮਿਹਨਤੀ ਕੈਨੇਡੀਅਨਾਂ ਦੀ ਆਮਦਨ ਨੂੰ ਉੱਚਾ ਚੁੱਕਦਾ ਹੈ, ਕਿਉਂਕਿ ਫੁੱਲ ਟਾਈਮ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੇਜ਼ ਤੇ ਭੋਜਨ ਰੱਖਣ ਜਾਂ ਆਪਣੇ ਕਿਰਾਏ ਦਾ ਭੁਗਤਾਨ ਕਰਨ ਲਈ ਸੰਘਰਸ਼ ਨਹੀਂ ਕਰਨਾ ਚਾਹੀਦਾ।
2021 ਚ ਵਧੇ ਹੋਏ ਕੈਨੇਡਾ ਦੇ ਵਰਕਰਜ਼ ਬੈਨੀਫਿਟ ਨੇ ਲਾਭ ਪ੍ਰਾਪਤ ਕਰਨ ਲਈ 10 ਲੱਖ ਹੋਰ ਕਾਮਿਆਂ ਲਈ ਯੋਗਤਾ ਦਾ ਵਿਸਤਾਰ ਕੀਤਾ। ਯੋਗ ਸਿੰਗਲ ਵਰਕਰ $1,518 ਤੱਕ ਪ੍ਰਾਪਤ ਕਰਨਗੇ ਤੇ ਯੋਗ ਪਰਿਵਾਰਾਂ ਨੂੰ $2,616 ਤੱਕ ਪ੍ਰਾਪਤ ਹੋਣਗੇ। ਭੁਗਤਾਨ ਬਿੱਲ C47 ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਦਿੱਤੇ ਜਾ ਰਹੇ ਨੇ, ਜੋ 2023 ਦੇ ਸੰਘੀ ਬਜਟ ਦੀਆਂ ਕੁਝ ਵਚਨਬੱਧਤਾਵਾਂ ਨੂੰ ਲਾਗੂ ਕਰਦਾ ਹੈ। ਪਹਿਲਾਂ ਪ੍ਰਾਪਤਕਰਤਾਵਾਂ ਨੂੰ ਲਾਭ ਪ੍ਰਾਪਤ ਕਰਨ ਲਈ ਅਗਲੇ ਸਾਲ ਆਪਣੇ ਟੈਕਸ ਭਰਨ ਤੱਕ ਉਡੀਕ ਕਰਨੀ ਪਵੇਗੀ। ਫੰਡਾਂ ਨੂੰ ਜੁਲਾਈ 2023, ਅਕਤੂਬਰ 2023 ਅਤੇ ਜਨਵਰੀ 2024 ਚ 3 ਪੇਸ਼ਗੀ ਅਦਾਇਗੀਆਂ ਅਤੇ ਵਰਕਰਾਂ ਦੀ 2023 ਦੀ ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਅੰਤਿਮ ਭੁਗਤਾਨ 'ਚ ਵੰਡਿਆ ਜਾਵੇਗਾ। ਆਦਮਪੁਰ ਦੇ ਨਜ਼ਦੀਕੀ ਪਿੰਡ ਨੰਗਲ ਫੀਦਾਂ ਦੇ ਕੈਨੇਡਾ 'ਚ ਰਹਿੰਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਇਸ ਸੰਬੰਧੀ ਮ੍ਰਿਤਕ ਭੁਪਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਤਕਰੀਬਨ 10 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਪਰਿਵਾਰ ਨਾਲ ਰਹਿ ਰਿਹਾ ਸੀ। ਉਹਨਾਂ ਨੂੰ ਇਹ ਖਬਰ ਫੋਨ ਤੋਂ ਮਿਲੀ ਕਿ ਭੁਪਿੰਦਰ ਘਰ ਤੋਂ ਆਪਣੀ ਗੱਡੀ 'ਚ ਗਰੋਸਰੀ ਲੈਣ ਗਿਆ ਤੇ ਹੁਣ ਨਾ ਤਾਂ ਘਰ ਵਾਪਸ ਆਇਆ ਏ ਤੇ ਨਾ ਹੀ ਫੋਨ ਚੁੱਕ ਰਿਹਾ ਏ। ਇਸ ਦੀ ਸੂਚਨਾ ਕੈਨੇਡਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ ਭੁਪਿੰਦਰ ਦੀ ਕਾਰ ਸੜਕ ਕੰਢਿਓਂ ਬਰਾਮਦ ਕੀਤੀ, ਜਿੱਥੇ ਭੁਪਿੰਦਰ ਵੀ ਅੰਦਰ ਹੀ ਬੇਸੁੱਧ ਨਜ਼ਰ ਆਇਆ। ਜਦੋਂ ਕਾਰ ਖੋਲ ਕੇ ਉਸ ਨੂੰ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਭੁਪਿੰਦਰ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ BC 'ਚ ਅਪਰਾਧ ਗੰਭੀਰਤਾ ਸੂਚਕਾਂਕ ਪਿਛਲੇ ਸਾਲ ਤੋਂ 4% ਵੱਧ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵਾਰਨ ਸਿਲਵਰ ਦਾ ਕਹਿਣਾ ਹੈ ਕਿ 2012 ਤੋਂ 2022 ਦੀ ਤੁਲਨਾ ਕਰਦੇ ਸਮੇਂ ਇਹ 6% ਵਧਿਆ, ਜਦਕਿ 2022 ਦੀ ਤੁਲਨਾ ਪਿਛਲੇ ਸਾਲ ਨਾਲ ਕਰੀਏ ਤਾਂ ਇਹ 4% ਵਧਿਆ ਹੈ। 2022 ਦੇ ਵਿੱਚ BC 'ਚ 155 ਕਤਲ ਹੋਏ ਸਨ, ਜਦਕਿ 2021 ਦੇ ਵਿੱਚ 125 ਹੋਏ ਸਨ, ਜੋ ਪਿਛਲੇ ਸਾਲ ਦੇ ਮੁਕਾਬਲੇ 30 ਵੱਧ ਨੇ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ BC 'ਚ ਅਪਰਾਧ ਗੰਭੀਰਤਾ ਸੂਚਕਾਂਕ ਪਿਛਲੇ ਸਾਲ ਤੋਂ 4% ਵੱਧ ਗਿਆ ਹੈ। ਕੇਲੋਨਾ BC ਸੈਂਸਸ ਮੈਟਰੋਪੋਲੀਟਨ ਏਰੀਆ ਅਪਰਾਧ ਦੀ ਗੰਭੀਰਤਾ ਦਰਜਾਬੰਦੀ ਦੇ ਨਾਲ ਦੇਸ਼ ਵਿੱਚ ਦੂਜੇ ਦਰਜੇ ਤੇ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਕੇਲੋਨਾ ਨੇ ਅਪਰਾਧ ਦਰਜਾਬੰਦੀ 'ਚ ਚਾਰਟ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਇਸ ਕੋਲ ਨਾ ਸਿਰਫ ਦੂਜੇ ਸਭ ਤੋਂ ਉੱਚੇ ਅਪਰਾਧ ਦੀ ਗੰਭੀਰਤਾ ਸੂਚਕਾਂਕ ਹੈ, ਇਹ ਕੈਨੇਡਾ ਦੇ 34 CMAs 'ਚੋਂ ਸਭ ਤੋਂ ਵੱਧ ਅਪਰਾਧ ਦਰ ਵਾਲਾ ਵੀ ਹੈ। ਕੈਲੋਨਾ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਇਸ ਗੱਲ ਵਿੱਚ ਹੈ ਕਿ ਤੁਸੀਂ ਡੇਟਾ ਨੂੰ ਕਿਵੇਂ ਦੇਖਦੇ ਹੋ। ਇੱਕ ਲਿਖਤੀ ਬਿਆਨ 'ਚ RCMP ਦੇ ਸੰਚਾਰ ਸਲਾਹਕਾਰ ਰਿਆਨ ਵਾਟਰਸ ਨੇ ਕਿਹਾ ਹੈ ਕਿ 2022 'ਚ ਇਸ ਵਿੱਚ ਵਾਹਨਾਂ ਦੀ ਚੋਰੀ, ਦੁਕਾਨਦਾਰੀ, ਧੋਖਾਧੜੀ, ਬ੍ਰੇਕ ਅਤੇ ਐਂਟਰ ਅਤੇ ਚੋਰੀ ਸ਼ਾਮਲ ਨੇ। RCMP ਸੁਪਰੀਟ ਕਾਰਾ ਟ੍ਰਾਈਨਸ ਨੇ ਇਸ ਤੱਥ ਤੇ ਆਧਾਰਿਤ ਧਿਆਨ ਕੇਂਦਰਿਤ ਕੀਤਾ ਹੈ ਕਿ ਕੈਲੋਨਾ 'ਚ ਅਪਰਾਧ ਦੀ ਦਰ ਅਸਲ ਦੇ ਵਿੱਚ 2021 'ਚ 11,904 ਪ੍ਰਤੀ 1 ਲੱਖ ਲੋਕਾਂ ਤੋਂ ਘਟਾ ਕੇ 2022 'ਚ 11,323 ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਵਾਰਨ ਸਿਲਵਰ ਦਾ ਕਹਿਣਾ ਹੈ ਕਿ 2012 ਤੋਂ 2022 ਦੀ ਤੁਲਨਾ ਕਰਦੇ ਸਮੇਂ ਇਹ 6% ਵਧਿਆ ਹੈ ਤੇ ਜਦੋਂ 2022 ਦੀ ਤੁਲਨਾ ਪਿਛਲੇ ਸਾਲ ਨਾਲ ਕਰੀਏ ਤਾਂ ਇਹ 4% ਵੱਧ ਹੈ। 2022 'ਚ BC 'ਚ 155 ਕਤਲ ਹੋਏ, 2021 ਦੇ ਮੁਕਾਬਲੇ 30 ਵੱਧ ਕਿਉਂਕਿ 2021 'ਚ 125 ਹੋਏ ਸਨ। ਪ੍ਰਤੀ 1 ਲੱਖ ਲੋਕਾਂ 'ਚ ਹੱਤਿਆਵਾਂ ਦੀ ਦਰ ਵੀ 2022 'ਚ 2.9 ਹੋ ਗਈ, ਜੋ ਕਿ 2021 'ਚ 2.4 ਸੀ ਅਤੇ ਕਤਲ ਦੀ ਦਰ ਅਤੇ ਸੰਖਿਆ ਦੋਵਾਂ ਵਿੱਚ BC 2022 'ਚ ਉਹ ਪਿਛਲੇ ਦਹਾਕੇ 'ਚ ਸਭ ਤੋਂ ਵੱਧ ਸਨ। ਕੈਨੇਡੀਅਨ ਤੈਰਾਕ ਸਮਰ ਮੈਕਨਤੋਸ਼ ਨੇ ਵੀਰਵਾਰ ਨੂੰ 200 ਮੀਟਰ ਬਟਰਫਲਾਈ ਤੈਰਾਕੀ 'ਚ ਆਪਣਾ ਵਿਸ਼ਵ ਚੈਂਪੀਅਨ ਦਾ ਖਿਤਾਬ ਬਰਕਰਾਰ ਰੱਖਿਆ। ਜਾਪਾਨ ਦੇ ਫੂਕੂਓਕਾ 'ਚ ਆਯੋਜਿਤ ਵਰਲਡ ਐਕੁਐਟਿਕਸ ਚੈਂਪੀਅਨਸ਼ਿਪ 'ਚ ਮੈਕਨਤੋਸ਼ ਨੇ ਗੋਲਡ ਮੈਡਲ ਪ੍ਰਾਪਤ ਕੀਤਾ। 16 ਸਾਲ ਦੀ ਤੈਰਾਕ ਨੇ 200 ਮੀਟਰ ਬਟਰਫਲਾਈ 2 ਮਿੰਟ ਤੇ 4.6 ਸੈਕਿੰਡ 'ਚ ਪੂਰੀ ਕਰਕੇ ਨਵਾਂ ਕੈਨੇਡੀਅਨ ਤੇ ਵਰਲਡ ਜੂਨੀਅਰ ਰਿਕਾਰਡ ਕਾਇਮ ਕੀਤਾ ਹੈ। ਆਸਟ੍ਰੇਲੀਆ ਦੀ ਐਲਿਜ਼ਾਬੈਥ ਡੈਕਰਜ਼ ਨੇ 2 ਮਿੰਟ 5.46 ਸੈਕਿੰਡ 'ਚ ਦੌੜ ਪੂਰੀ ਕਰਦਿਆਂ ਸਿਲਵਰ ਮੈਡਲ ਜਿੱਤਿਆ ਅਤੇ ਅਮਰੀਕਾ ਦੀ ਰੀਗਨ ਸਮਿਥ ਨੇ 2 ਮਿੰਟ 6.58 ਸੈਕਿੰਡ 'ਚ ਅੰਤਿਮ ਨਿਸ਼ਾਨ ਨੂੰ ਛੂੰਹਦਿਆਂ ਉਸ ਨੂੰ ਕਾਂਸੇ ਦਾ ਤਗਮਾ ਮਿਲਿਆ। ਪਿਛਲੇ ਹਫ਼ਤੇ 400 ਮੀਟਰ ਫ੍ਰੀ ਸਟਾਈਲ ਤੈਰਾਕੀ 'ਚ ਮੈਕਨਤੋਸ਼ ਚੌਥੇ ਸਥਾਨ ਤੇ ਰਹੀ ਸੀ, ਪਰ ਵੀਰਵਾਰ ਨੂੰ ਉਸਨੇ ਜ਼ਬਰਦਸਤ ਵਾਪਸੀ ਕੀਤੀ। ਸਮਰ ਮੈਕਨਤੋਸ਼ ਟੋਰਾਂਟੋ ਦੀ ਰਹਿਣ ਵਾਲੀ ਹੈ। ਇਸ ਚੈਂਪੀਅਨਸ਼ਿਪ 'ਚ ਔਰਤਾਂ ਦੀ 500 ਮੀਟਰ
ਬੈਕਸਟ੍ਰੋਕ ਤੈਰਾਕੀ 'ਚ ਓਨਟਾਰੀਓ ਦੀ ਲਾਸਾਲ ਦੀ ਤੈਰਾਕ ਕਾਇਲੀ ਮੈਸੀ ਚੌਥੇ ਅਤੇ ਕੈਲਗਰੀ ਦੀ ਰਹਿਣ ਵਾਲੀ ਇੰਗਰਿਡ ਵਿਲਮ 6ਵੇਂ ਸਥਾਨ ਤੇ ਰਹੀ। ਸਰੀ ਦੇ 2 ਬੱਚਿਆਂ ਦੇ ਅਗਵਾ ਹੋਣ ਮਗਰੋਂ ਬ੍ਰਿਟਿਸ਼ ਕੋਲੰਬੀਆ 'ਚ ਜਾਰੀ ਹੋਇਆ ਅੰਬਰ ਅਲਰਟ ਅੱਜ 10ਵੇਂ ਦਿਨ 'ਚ ਦਾਖਲ ਹੋ ਗਿਆ, ਪਰ ਅਜੇ ਵੀ ਪੁਲਿਸ ਦੇ ਹੱਥ ਖਾਲੀ ਨੇ। ਇਸ ਬਾਰੇ 'ਚ ਪੁਲਿਸ ਅਧਿਕਾਰੀ ਸਾਰਜੈਂਟ ਡੇਵ ਸਟ੍ਰੇਚਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸ ਰਹਿਣ ਤੇ ਕਿਸੇ ਵੀ ਜਾਣਕਾਰੀ ਜਾਂ ਘਟਨਾ ਬਾਰੇ ਸਾਨੂੰ ਜਾਣਕਾਰੀ ਦੇਣ ਜਿਹੜੀ ਕਿ ਸਾਨੂੰ ਜੋਸ਼ੂਆ ਤੇ ਅਰੋਰਾ ਬੋਲਟਨ ਤੱਕ ਲੈ ਕੇ ਜਾ ਸਕੇ। ਸਰੀ ਦੇ ਰਹਿਣ ਵਾਲੇ 2 ਬੱਚਿਆਂ 8 ਸਾਲ ਦੇ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬ੍ਰਿਟਿਸ਼ ਕੋਲੰਬੀਆ 'ਚ ਜਾਰੀ ਹੋਇਆ ਅੰਬਰ ਅਲਰਟ ਅੱਜ 10ਵੇਂ ਦਿਨ 'ਚ ਦਾਖਲ ਹੋ ਗਿਆ ਏ, ਪਰ ਅਜੇ ਵੀ ਪੁਲਿਸ ਦੇ ਹੱਥ ਖਾਲੀ ਹੀ ਨੇ। ਪੁਲਿਸ ਅਜੇ ਵੀ ਬੱਚਿਆਂ ਨੂੰ ਲੱਭਣ 'ਚ ਕਾਮਯਾਬ ਨਹੀਂ ਹੋ ਸਕੀ। ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਹੋਰ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਜਿਸ 'ਚ ਇਹ ਮੰਨਿਆ ਜਾ ਰਿਹਾ ਕਿ ਉਹ ਸਵਾਰ ਸਨ। ਇਸ ਬਾਰੇ 'ਚ ਪੁਲਿਸ ਅਧਿਕਾਰੀ ਸਾਰਜੈਂਟ ਡੇਵ ਸਟ੍ਰੇਚਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸ ਰਹਿਣ ਅਤੇ ਕਿਸੇ ਵੀ ਜਾਣਕਾਰੀ ਜਾਂ ਘਟਨਾ ਬਾਰੇ ਸਾਨੂੰ ਜਾਣਕਾਰੀ ਦੇਣ ਜਿਹੜੀ ਕਿ ਸਾਨੂੰ ਜੋਸ਼ੂਆ ਅਤੇ ਅਰੋਰਾ ਬੋਲਟਨ ਤੱਕ ਲੈ ਕੇ ਜਾ ਸਕੇ। ਉਹਨਾਂ ਦੱਸਿਆ ਬੱਚਿਆਂ ਦੀ ਮਾਂ ਵੈਰਿਟੀ ਬੋਲਟਨ ਨੂੰ ਆਖਰੀ ਵਾਰ ਬੀਤੀ 15 ਜੁਲਾਈ ਨੂੰ ਕੈਮਲੂਪਸ 'ਚ ਦੇਖਿਆ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਬੱਚਿਆਂ ਦੀ ਕਥਿਤ ਅਗਵਾਕਾਰੀ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਸੀ ਕਿ ਉਹਨਾਂ ਕੋਲ ਇੱਕ ਪੁਖਤਾ ਜਾਣਕਾਰੀ ਹੈ ਕਿ ਬੱਚੇ ਆਪਣੀ ਮਾਂ ਵੈਰਿਟੀ ਬੋਲਟਨ, ਉਸ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਕਿਸੇ ਪੇਂਡੂ ਇਲਾਕੇ 'ਚ ਰਹਿ ਰਹੇ ਨੇ। ਜ਼ਿਕਰਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ 'ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਡੀ ਉਹਨਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਹਨਾਂ ਨੇ ਵਾਪਸ ਸਰੀ ਆਉਣਾ ਸੀ, ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵੱਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। 2 ਹਫ਼ਤੇ ਪਹਿਲਾਂ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਉੱਤੇ ਕਈ ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ। ਪੁਲਿਸ ਦਾ ਦਾਅਵਾ ਹੈ ਕਿ ਪਿਛਲੇ 5 ਸਾਲਾਂ 'ਚ ਇੰਨੀ ਵੱਡੀ ਮਾਤਰਾ 'ਚ ਕੋਕੀਨ ਬਰਾਮਦ ਨਹੀਂ ਕੀਤੀ ਗਈ। ਫੜੀ ਗਈ ਕੋਕੀਨ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। 14 ਜੁਲਾਈ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਮਰਸਨ ਵਿਖੇ ਸਰਹੱਦ ਪਾਰ ਕਰ ਰਹੇ ਇੱਕ ਸੈਮੀ ਟ੍ਰੇਲਰ ਦੀ ਜਾਂਚ ਕੀਤੀ ਤੇ ਇਸੇ ਟ੍ਰੇਲਰ ਵਿੱਚੋਂ ਉਹਨਾਂ ਨੂੰ 63 ਕਿਲੋਗ੍ਰਾਮ ਤੋਂ ਵੀ ਵੱਧ ਕੋਕੀਨ ਹੱਥ ਲੱਗੀ। CBSA ਦੇ ਡਾਇਰੈਕਟਰ ਰੋਸੇਲ ਲੇਪੁਆਇੰਟ ਨੇ ਦੱਸਿਆ ਕਿ ਸੂਈਆ ਕੁੱਤਿਆਂ ਦੀ ਮਦਦ ਨਾਲ ਅਧਿਕਾਰੀਆਂ ਨੂੰ ਮੱਕੀ ਦੀ ਖੇਪ 'ਚ ਲੁਕੋਏ ਹੋਏ ਇਹ ਨਸ਼ੇ ਮਿਲੇ। ਉਹਨਾਂ ਦੱਸਿਆ ਕਿ ਉਹਨਾਂ ਨਸ਼ਿਆਂ ਦੀ ਬਾਜ਼ਾਰ 'ਚ ਕੀਮਤ 6 ਮਿਲੀਅਨ ਡਾਲਰ ਹੈ। ਇਸ ਦੌਰਾਨ ਟਰੱਕ ਦੇ 31 ਸਾਲਾ ਡਰਾਈਵਰ ਜੋ ਕਿ ਵਿਨੀਪੈਗ ਤੋਂ ਸੀ ਨੂੰ ਪਾਬੰਦੀਸ਼ੁਦਾ ਨਸ਼ਿਆਂ ਨੂੰ ਇੰਪੋਰਟ ਕਰਨ ਤੇ ਸਮਗਲਿੰਗ ਦੇ ਇਰਾਦੇ ਨਾਲ ਇਹ ਨਸ਼ੇ ਆਪਣੇ ਕੋਲ ਰੱਖਣ ਲਈ ਚਾਰਜ ਕੀਤਾ ਗਿਆ। ਮੈਨੀਟੋਬਾ RCMP ਵੱਲੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਉਸ ਨੂੰ 19 ਜੁਲਾਈ ਨੂੰ ਫੈਡਰਲ ਅਦਾਲਤ ਸਾਹਮਣੇ ਪੇਸ਼ ਵੀ ਕੀਤਾ ਜਾ ਚੁੱਕਿਆ ਹੈ। ਸ਼ਰਤਾਂ ਦੇ ਆਧਾਰ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। RCMP ਦੇ ਇੰਸਪੈਕਟਰ ਜੋਈ ਟੈਲਸ ਨੇ ਆਖਿਆ ਕਿ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਇਹ ਨਸ਼ੇ ਕੋਕੀਨ ਹੀ ਨੇ, ਇਹਨਾਂ ਦੀ ਜਾਂਚ ਹੈਲਥ ਕੈਨੇਡਾ ਵੱਲੋਂ ਕੀਤੀ ਜਾਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਦਿਓ ਜਸਵੀਰ ਨੂੰ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਪ੍ਰੋਵਿੰਸ਼ੀਅਲ ਜ਼ਿਮਨੀ ਚੋਣਾਂ ਦੀਆਂ ਦੋਵੇਂ ਸੀਟਾਂ ਉੱਤੇ ਲਿਬਰਲਾਂ ਦੀ ਜਿੱਤ। ਕੰਜ਼ਰਵੇਟਿਵ ਉਮੀਦਵਾਰ ਦੇ ਹੱਕ 'ਚ ਪ੍ਰੀਮੀਅਰ ਡਗ ਫੋਰਡ ਦੀ ਕੰਪੇਨ ਨਹੀਂ ਆਈ ਕਿਸੇ ਕੰਮ। ਯੋਗ ਕੈਨੇਡੀਅਨਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਤੋਂ ਨਵੇਂ ਵਧੇ ਹੋਏ ਕੈਨੇਡਾ ਵਰਕਰਜ਼ ਬੈਨੀਫਿਟ ਮਿਲਣੇ ਸ਼ੁਰੂ। ਯੋਗ ਸਿੰਗਲ ਵਰਕਰ ਨੂੰ ਮਿਲਣਗੇ $1,518 ਜਦਕਿ ਯੋਗ ਪਰਿਵਾਰ ਨੂੰ ਪ੍ਰਾਪਤ ਹੋਣਗੇ $2,616। ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਕਈ ਮਿਲੀਅਨ ਡਾਲਰ ਦੀ ਕੋਕੀਨ ਮਿਲੀ। ਸੂਈਆ ਕੁੱਤਿਆਂ ਦੀ ਮਦਦ ਨਾਲ ਅਧਿਕਾਰੀਆਂ ਨੂੰ ਮੱਕੀ ਦੀ ਖੇਪ 'ਚ ਲੁਕੋਏ ਹੋਏ ਮਿਲੇ ਨਸ਼ਿਆਂ ਦੀ ਬਾਜ਼ਾਰ 'ਚ ਕੀਮਤ $6 ਮਿਲੀਅਨ। ਬਰੈਂਪਟਨ 'ਚ ਰਹਿੰਦੇ ਪੰਜਾਬੀ ਨੌਜਵਾਨ ਭੁਪਿੰਦਰ ਦੀ ਭੇਤ ਭਰੇ ਹਾਲਾਤਾਂ 'ਚ ਮੌਤ। ਕੈਨੇਡਾ ਪੁਲਿਸ ਨੂੰ ਭੁਪਿੰਦਰ ਕਾਰ ਅੰਦਰ ਹੀ ਬੇਸੁੱਧ ਮਿਲਿਆ। ਕਾਰ ਖੋਲ੍ਹ ਕੇ ਉਸ ਨੂੰ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।